गुड मॉर्निंग प्यारे बच्चों। ਅੱਜ ਆਪਾਂ +2 ਟੈਕਸੇਸ਼ਨ ਪ੍ਰੈਕਟਿਸ ਦਾ ਪੇਪਰ 3 ਫੰਡਾਮੈਂਟਲਸ ਆਫ ਇਨਕਮ ਟੈਕਸ ਦਾ ਟੌਪਿਕ ਕਰ ਰਹੇ ਸੀ। ਟੌਪਿਕ ਦਾ ਨਾਮ ਸੀ ਇਨਕਮ ਟੈਕਸ ਰਿਫੰਡ। ਠੀਕ ਹੈ, ਉਹਦੇ ਵਿੱਚ ਆਪਾਂ ਹਜੇ ਤੱਕ ਕੀ ਕੀਤਾ ਵਾ, ਉਹਦੇ ਵਿੱਚ ਆਪਾਂ ਹਜੇ ਤੱਕ ਕੀਤਾ ਵਾ ਇੰਟਰੋਡਕਸ਼ਨ ਟੂ ਰਿਫੰਡ ਆਫ ਟੈਕਸ, मीनिंग ऑफ रिफंड ऑफ टैक्स एंड द पर्सनस हू कैन क्लेम रिफंड ऑफ टैक्स, यानी कि ਉਹਦਾ ਜਾਣ ਪਹਿਚਾਣ ਰਿਫੰਡ ਦੀ, ਉਹਦਾ ਅਰਥ ਅਤੇ ਕਿਹੜੇ ਕਿਹੜੇ ਲੋਕੀ ਹੈਗੇ ਜਿਹੜੇ ਕਿ ਰਿਫੰਡ ਨੂੰ ਕਲੇਮ ਕਰ ਸਕਦੇ ਹੈ। ਠੀਕ ਹੈ ਜੀ, ਅੱਜ ਆਪਾਂ ਕੀ ਕਰਾਂਗੇ, ਅੱਜ ਆਪਾਂ ਨਵਾਂ ਟੌਪਿਕ ਸਟਾਰਟ ਕਰਾਂਗੇ। ਟੌਪਿਕ ਦਾ ਨਾਮ ਹੈ ਵੈਨ ਡਿਮਾਂਡ ਫॉर ਰਿਫੰਡ ਆਫ ਟੈਕਸ ਇਜ਼ ਰੇਜ਼ਡ, यानी कि कर वापसी ਦੀ ਮੰਗ ਕਦੋਂ ਕੀਤੀ ਜਾਂਦੀ ਹੈ। ਹੁਣ ਇਹ ਟੌਪਿਕ ਵਿੱਚ ਕੀ ਸਮਝਾਇਆ ਜਾਂਦਾ ਵੈ, ਇਸ ਟੌਪਿਕ ਵਿੱਚ ਦੱਸਿਆ ਜਾਏਗਾ ਕਿ ਰਿਫੰਡ ਕਿਵੇਂ ਕਿਵੇਂ ਬਣ ਸਕਦਾ ਵੈ। ਇੱਕ ਤਾਂ ਇੱਕ ਸਿਚੁਏਸ਼ਨ ਆਪਾਂ ਮੀਨਿੰਗ ਆਪਾਂ ਕੀਤਾ ਸੀ ਕਿ ਹਾਂ ਵੀ ਇੱਕ ਬੰਦੇ ਨੇ ਕੀ ਕੀਤਾ ਵੈ, ਮਿਸਟਰ ਏ ਹੈ, ਉਹਨੇ ਵੱਧ ਪੈਸੇ ਜਮ੍ਹਾਂ ਕਰਾਤੇ। ਠੀਕ ਹੈ ਜੀ, ਮਤਲਬ ਉਹਦਾ ਟੈਕਸ ਬਣਦਾ ਸੀ ਘੱਟ, ਲੇਕਿਨ ਉਸ ਬੰਦੇ ਨੇ ਟੈਕਸ ਕੀ ਕੀਤਾ, ਹੋਰ ਵੀ ਜਮ੍ਹਾਂ ਕਰਾਤਾ, ਉਹਨੂੰ ਆਪਾਂ ਕਹਿੰਦੇ ਆ ਰਿਫੰਡ। ਹੁਣ ਇਹਦੇ ਵਿੱਚ ਇਸ ਟੌਪਿਕ ਵਿੱਚ ਸਿਚੁਏਸ਼ਨਸ ਦਿੱਤੀਆਂ ਹੋਈਆਂ ਵੈ, ਅਲੱਗ ਅਲੱਗ ਸਥਿਤੀਆਂ ਦਿੱਤੀਆਂ ਹੋਈਆਂ ਵੈ, ਜਿਹਦੇ ਵਿੱਚ ਕੀ ਹੈ ਸਾਨੂੰ ਦੱਸਿਆ ਗਿਆ ਵੈ ਕਿ ਇੱਕ ਜਿਹੜਾ ਨੋਰਮਲ ਵੱਧ ਟੈਕਸ ਜਮ੍ਹਾਂ ਕਰਾਉਣ ਤੋਂ ਇਲਾਵਾ ਹੋਰ ਰਿਫੰਡ ਕਿਵੇਂ ਪੈਦਾ ਹੁੰਦਾ ਵੈ। ਠੀਕ ਹੈ, ਪਹਿਲਾਂ ਆਪਾਂ ਹੁਣ ਕਰਨ ਲੱਗੇ ਹਾਂ, ਇਹਦਾ ਪਹਿਲਾ ਪੁਆਇੰਟ ਹੈ ਕਰ ਵਾਪਸੀ ਦੀ ਮੰਗ ਹੇਠ ਲਿਖਿਆ ਸਥਿਤੀਆਂ ਵਿੱਚ ਕੀਤੀ ਜਾ ਸਕਦੀ ਹੈ। ਪਹਿਲਾ ਪੁਆਇੰਟ, ਜਦ ਸਰੋਤ ਤੇ ਕਰ ਦੀ ਕਟੌਤੀ ਵੱਧ ਹੋਈ ਹੋਵੇ, ਯਾਨੀ ਕਿ ਜਦੋਂ ਆਪਾਂ TDS ਕੱਟਿਆ ਹੁੰਦਾ ਪਿਆ, ਉਹਨੂੰ ਆਪਾਂ ਕਹਿੰਦੇ ਆ ਟੈਕਸ ਡਿਡਕਟਿਡ ਐਟ ਸੋਰਸ, ਜਦ ਕੀ ਹੁੰਦਾ ਪਿਆ ਵੱਧ ਜਮ੍ਹਾਂ ਕਰਾ ਦਿੱਤਾ ਜਾਂਦਾ ਵਾ। ਤੁਹਾਨੂੰ ਪਤਾ ਵੈ ਕਿ ਕੀ ਕਹਿੰਦੇ ਜਿਹੜੇ ਤਨਖਾਹਾਂ ਲੈਂਦੇ ਆ ਲੋਕੀ, ਉਹਨਾਂ ਦਾ ਐਡਵਾਂਸ ਟੈਕਸ ਜਮ੍ਹਾਂ ਨਹੀਂ ਹੁੰਦਾ, ਉਹਨਾਂ ਦਾ TDS ਕੱਟਿਆ ਜਾਂਦਾ ਵੈ। ਠੀਕ ਆ ਜੀ, ਮਤਲਬ ਕੀ ਕਰਦਾ ਵੈ, ਜਿਹੜਾ ਇੰਪਲੋਇਰ ਹੁੰਦਾ, ਇੰਪਲੋਇਰ ਕੌਣ ਹੁੰਦਾ ਵੈ, ਜਿਹੜਾ ਕਿ ਉਹਨਾਂ ਨੇ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਨੌਕਰੀ 'ਤੇ ਰੱਖਿਆ ਹੁੰਦਾ ਵੈ, ਉਹ ਲੋਕ ਕੀ ਕਰਦੇ ਹੈ, ਉਹਨਾਂ ਨੂੰ ਜਿੰਨੀ ਵੀ ਤਨਖਾਹ ਦਿੰਦੇ ਹੈ ਉਹ ਟੈਕਸ ਨੂੰ ਕੱਟ ਕੇ ਦਿੰਦੇ ਆ। ਆਪਾਂ ਸੁਣਦੇ ਆ ਨਾ ਕਿ ਹਾਂ ਵੀ ਸਾਨੂੰ ਕੱਟ ਕਟਾ ਕੇ ਇੰਨੀ ਤਨਖਾਹ ਮਿਲੀ। ਠੀਕ ਹੈ ਨਾ, ਉਹ ਕੱਟ ਕਟਾ ਕੇ ਵਿੱਚ ਕੀ ਹੁੰਦਾ ਵੈ, ਤੁਹਾਡਾ ਪ੍ਰੋਵੀਡੈਂਟ ਫੰਡ ਵੀ ਕੱਟਿਆ ਹੁੰਦਾ ਵੈ ਅਤੇ ਤੁਹਾਡਾ ਟੈਕਸ ਵੀ ਕੱਟਿਆ ਹੁੰਦਾ ਵੈ। ਠੀਕ ਹੈ, ਯਾਨੀ ਕਿ ਕੀ ਹੁੰਦਾ ਵੈ, ਜਿਹੜਾ ਇੰਪਲੋਇਰ ਹੁੰਦਾ ਵੈ, ਜਦੋਂ ਵੀ ਇੰਪਲੋਈ ਨੂੰ ਕੀ ਕਰਦਾ ਵੈ, ਸੈਲਰੀ ਦਿੰਦਾ ਵੈ, ਤਨਖਾਹ ਦਿੰਦਾ ਵੈ, ਟੈਕਸ ਕੱਟ ਕੇ ਦਿੰਦਾ ਵੈ। ਹੁਣ ਇੰਪਲੋਇਰ ਤਾਂ ਆਪਣੇ ਹਿਸਾਬ ਨਾਲ ਟੈਕਸ ਕੱਟੀ ਜਾਂਦਾ। ਠੀਕ ਹੈ, ਹੋਇਆ ਕਿ ਇੰਪਲੋਇਰ ਨੇ ਵੱਧ ਟੈਕਸ ਕੱਟਤਾ। ਠੀਕ ਹੈ, ਉਸ ਬੰਦੇ ਦਾ ਟੈਕਸ ਬੰਦਾ ਸੀ 15,000, ਲੇਕਿਨ ਉਹਨੇ ਕੱਟਤਾ 18,000 ਰੁਪਇਆ, ਮਤਲਬ 3,000 ਰੁਪਇਆ ਵੱਧ ਕੱਟਤਾ। ਕਿੰਨੇ ਕੱਟਿਆ, ਇੰਪਲੋਈ ਨੇ ਨਹੀਂ ਕੱਟਿਆ, ਐਤਕੀ ਕਿੰਨੇ ਕੱਟਿਆ ਵੈ, ਇੰਪਲੋਇਰ ਨੇ ਕੱਟਿਆ ਵੈ। ਠੀਕ ਹੈ ਜੀ, ਉਸ ਕੇਸ ਵਿੱਚ ਜਿਹੜਾ ਇੰਪਲੋਈ ਗਾ ਵੈ, ਉਹ ਸਰਕਾਰ ਨੂੰ ਪ੍ਰੂਫ ਕਰਕੇ ਦਿਖਾ ਦੇ ਕਿ ਦੇਖੋ ਜੀ ਮੇਰਾ ਤਾਂ 15,000 ਬੰਦਾ ਸੀ, ਲੇਕਿਨ ਮੇਰੇ ਮਾਲਕ ਨੇ ਕੀ ਕੀਤਾ ਵੈ, ਮੇਰਾ ਵੱਧ ਟੈਕਸ ਕੱਟਤਾ ਵੈ, ਇਸ ਕਰਕੇ ਮੇਰਾ ਜਿਹੜਾ 3,000 ਦਾ ਰਿਫੰਡ ਬਣਦਾ ਵੈ ਉਹਨੂੰ ਵਾਪਸ ਕੀਤਾ ਜਾਵੇ। ਠੀਕ ਹੈ ਜੀ, ਦੂਸਰਾ ਪੁਆਇੰਟ ਹੈ, ਜਦ ਇੱਕ ਵਿੱਤੀ ਸਾਲ ਵਿੱਚ ਅਗੇਤੇ ਕਰ ਭੁਗਤਾਨ ਉਸ ਸਾਲ ਦੀ ਬੰਦੀ ਕਰ ਦੇਣਦਾਰੀ ਤੋਂ ਵੱਧ ਕਰ ਦਿੱਤਾ ਹੋਵੇ। ਇਹ ਸੇਮ ਸਿਚੁਏਸ਼ਨ ਹੈ, ਜਦ ਸਾਡਾ ਇੱਕ ਬੰਦੇ ਦਾ ਐਡਵਾਂਸ ਟੈਕਸ ਬਣਦਾ ਵਾ 15,000 ਰੁਪਇਆ, ਲੇਕਿਨ ਉਹ ਕਿੰਨਾ ਜਮ੍ਹਾਂ ਕਰਾ ਦਿੰਦਾ ਵਾ ਆਪਣੇ ਵੱਲੋਂ, 18,000 ਰੁਪਇਆ ਜਮ੍ਹਾਂ ਕਰਾ ਦਿੰਦਾ, ਯਾਨੀ ਕਿ ਵੱਧ ਟੈਕਸ ਜਮ੍ਹਾਂ ਕਰਾ ਦਿੰਦਾ ਵਾ। ਉਸ ਸਿਚੁਏਸ਼ਨ ਵਿੱਚ ਟੈਕਸ ਜਿਹੜਾ ਰਿਫੰਡ ਹੈਗਾ ਵੈ ਉਹ ਜਨਰੇਟ ਹੋ ਜਾਂਦਾ ਵੈ, ਯਾਨੀ ਕਿ ਜਿਹੜੀ ਹੈ ਆਪਾਂ ਜਿਹੜਾ ਟੈਕਸ ਦੀ ਵਾਪਸੀ ਦੀ ਮੰਗ ਕਰ ਸਕਦੇ ਹਾਂ। ਉਸ ਤੋਂ ਬਾਅਦ ਤੀਸਰਾ ਪੁਆਇੰਟ ਹੈ, ਜਦ ਕਰ ਦੇ ਭੁਗਤਾਨ ਤੋਂ ਬਾਅਦ ਕਿਸੇ ਅਪੀਲ ਕਾਰਨ ਆਮਦਨ ਜਾਂ ਉਸ 'ਤੇ ਬੰਦਾ ਕਰ ਘਟਾ ਦਿੱਤਾ ਜਾਵੇ। ਇਹਨੂੰ ਇੱਕ ਐਗਜ਼ਾਮਪਲ ਨਾਲ ਸਮਝੋ। ਠੀਕ ਹੈ, ਇਹਦਾ ਕੀ ਮਤਲਬ ਹੈ, ਮੈਂ ਤੁਹਾਨੂੰ ਵੈਸੇ ਕਲੇਮੈਂਸ ਲੈਂਗੁਏਜ ਵਿੱਚ ਦੱਸ ਦਿੰਦੀ ਹਾਂ। ਇਹਦਾ ਮਤਲਬ ਹੁੰਦਾ ਵੈ ਕਿ ਹੋਇਆ ਕਿ ਇੱਕ ਵਿਅਕਤੀ ਨੇ ਕੀ ਕੀਤਾ, ਅਪੀਲ ਕੀਤੀ, ਉਹਦਾ ਟੈਕਸ ਬਣਦਾ ਸੀ, ਉਹਨਾਂ ਨੇ ਆਪਣਾ ਟੈਕਸ ਜਮ੍ਹਾਂ ਕਰਾਤਾ, ਲੱਖ ਰੁਪਇਆ ਜਮ੍ਹਾਂ ਕਰਾਤਾ। ਠੀਕ ਹੈ, ਲੇਕਿਨ ਉਹਨਾਂ ਦਾ ਜਿਹੜਾ ਕੋਈ ਪੰਗਾ ਪਿਆ ਹੋਇਆ ਸੀ, ਉਹਨਾਂ ਨੇ ਜਿਹੜਾ ਕੀ ਕੀਤਾ, ਉਹਨਾਂ ਨੇ ਕੋਰਟ ਵਿੱਚ ਕੇਸ ਲਾ ਦਿੱਤਾ। ਠੀਕ ਹੈ, ਇਹ ਜਿਹੜਾ ਕੇਸ ਹੁੰਦਾ ਵਾ ਬੇਟਾ, ਜਿਹੜਾ ਨੋਰਮਲ ਕੋਰਟਸ ਹੁੰਦੀਆਂ ਉਹਨਾਂ ਦਾ ਨਹੀਂ ਹੁੰਦਾ, ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਹੈ ਇਹਨਾਂ ਦੇ ਆਪਣੀਆਂ ਕੋਰਟਸ ਹੁੰਦੀਆਂ ਵਾ, ਇਹਨਾਂ ਦੇ ਆਪਣੇ ਸਾਰੇ ਸੁਪਰੀਮ ਕੋਰਟ, ਹਾਈ ਕੋਰਟ, IT AT ਹੁੰਦੇ ਆ। ਠੀਕ ਹੈ, ਇਹ ਚੈਪਟਰ ਵੀ ਆਪਾਂ ਕਰਾਂਗੇ ਹੁਣੇ ਥੋੜ੍ਹੀ ਦੇਰ ਤੱਕ। ਠੀਕ ਹੈ, ਇਹਨਾਂ ਦਾ ਵੀ ਆਪਣਾ ਇੱਕ ਸੈਸ਼ਨ ਹੁੰਦਾ ਵੈ ਸਾਰਾ,
ਇਹਨਾਂ ਲੋਕੀ ਜਿਹੜੇ ਲੋਕੀ ਮਤਲਬ ਕਿ ਆਪਣੇ ਟੈਕਸ ਵਗੈਰਾ ਤੋਂ ਖੁਸ਼ ਨਹੀਂ ਹੁੰਦੇ, ਕਿ ਕਈ ਵਾਰ ਕਈ ਲੋਕਾਂ 'ਤੇ ਜ਼ਬਰਦਸਤੀ ਟੈਕਸ ਥੋਪਿਆ ਜਾਂਦਾ, ਉਹ ਲੋਕ ਕੁਛ ਉਹ ਵਿਚਾਰੇ ਮਜਬੂਰ ਹੁੰਦੇ ਆ ਉਸ ਟਾਈਮ 'ਤੇ ਭਰ ਤਾਂ ਦਿੰਦੇ ਆ, ਲੇਕਿਨ ਉਹ ਲੋਕ ਵੀ ਕਰਦੇ ਆ ਅੱਗੇ ਅਪੀਲ ਕਰਦੇ ਆ, ਅੱਗੇ ਉਹ ਲੋਕ ਵੀ ਕੋਰਟ 'ਚ ਜਾਂਦੇ ਆ। ਇਹ ਜਿਹੜੀ ਨੋਰਮਲ ਕੋਰਟ ਹੁੰਦੀ ਹੈ ਉਹਦੇ ਵਿੱਚ ਨਹੀਂ ਜਾਂਦੇ, ਜਿਹੜੇ ਇਨਕਮ ਟੈਕਸ ਡਿਪਾਰਟਮੈਂਟ ਨੇ ਆਪਣੀ ਕੋਰਟ ਬਣਾਈ ਹੁੰਦੀ ਹੈ ਉਹਨਾਂ ਵਿੱਚ ਜਾਂਦੇ ਆ। ਠੀਕ ਹੈ, ਹੁਣ ਇੱਕ ਬੰਦੇ ਦਾ ਇੱਕ ਕੇਸ ਚੱਲਦਾ ਪਿਆ ਸੀ, ਉਸ ਕੇਸ 'ਤੇ ਚੱਲਣ ਨਾਲ ਕੀ ਹੋਇਆ, ਕੋਰਟ ਨੇ ਫੈਸਲਾ ਸੁਣਾ ਦਿੱਤਾ ਕੀ ਕਹਿੰਦੇ ਅਸੈਸੀ ਦੇ ਫੇਵਰ ਵਿੱਚ, ਅਸੈਸੀ ਦੇ ਹੱਕ ਵਿੱਚ। ਉਹਦੇ ਨਾਲ ਕੀ ਹੋਇਆ, ਜਾਂ ਤਾਂ ਕੋਰਟ ਨੇ ਕੀ ਕੀਤਾ, ਆਮਦਨ ਘਟਾ ਦਿੱਤੀ ਉਸ ਬੰਦੇ ਦੀ। ਠੀਕ ਹੈ, ਸਪੋਜ਼ ਕਰੋ ਇੱਕ ਆਫਿਸਰ ਸੀ, ਉਹਨੇ ਕਿਹਾ ਸੀ ਕਿ ਇਸ ਬੰਦੇ ਦੀ ਆਮਦਨ ਜੀ 10 ਲੱਖ ਰੁਪਇਆ ਬਣਦੀ ਹੈ, ਉਹ ਕਹਿੰਦਾ ਨਹੀਂ ਜੀ ਮੇਰੀ 8 ਲੱਖ ਬਣਦੀ ਹੈ। ਠੀਕ ਹੈ, ਉਸ ਟਾਈਮ 'ਤੇ ਕੀ ਹੁੰਦਾ ਵੈ, ਪਹਿਲੇ ਜਦੋਂ ਤੁਸੀਂ ਆਪਣਾ ਕੇਸ ਕਰਨਾ ਹੁੰਦਾ ਵੈ ਤੁਹਾਨੂੰ ਪਹਿਲੇ ਪੂਰੇ ਦੇ ਪੂਰੇ ਪੈਸੇ ਜਮ੍ਹਾਂ ਕਰਾਉਣੇ ਪੈਂਦੇ ਆ। ਠੀਕ ਹੈ, ਉਸ ਅਸੈਸੀ ਨੇ 10 ਲੱਖ ਦੇ ਉੱਪਰ ਟੈਕਸ 'ਤੇ ਜਮ੍ਹਾਂ ਕਰਾ ਦਿੱਤਾ। ਠੀਕ ਹੈ ਜੀ, ਬਾਅਦ 'ਚ ਚਲਾ ਜਾਏਗੀ ਕੋਰਟ 'ਚ, ਕੋਰਟ ਨੇ ਕੀ ਕੀਤਾ, ਕੋਰਟ ਨੇ ਕਹਿਤਾ ਨਹੀਂ ਜੀ ਇਸ ਬੰਦੇ ਦਾ ਟੈਕਸ ਤੇ 10 ਲੱਖ ਬਣਦਾ ਹੀ ਨਹੀਂ ਹੈ, ਇਸ ਬੰਦੇ ਦਾ ਟੈਕਸ ਕਿੰਨਾ ਬਣਦਾ ਵੈ, 8 ਲੱਖ ਰੁਪਇਆ ਬਣਦਾ ਵੈ। ਠੀਕ ਹੈ, ਹੁਣ ਉਹਨੇ ਟੈਕਸ ਕਿੰਨੇ ਨਾਲ ਜਮ੍ਹਾਂ ਕਰਾਇਆ ਹੋਇਆ ਵੈ, 10 ਲੱਖ ਨਾਲ। ਠੀਕ ਹੈ, ਸਰਕਾਰ ਦਾ ਫੈਸਲਾ ਕੀ ਆ ਗਿਆ ਜੀ, ਨਹੀਂ ਜੀ ਆਮਦਨ ਕਿੰਨੀ ਹੈਗੀ ਹੈ, 8 ਲੱਖ, ਮਤਲਬ ਉਹਨੇ 2 ਲੱਖ ਉੱਪਰ ਵੱਧ ਜਮ੍ਹਾਂ ਕਰਾ ਦਿੱਤਾ ਵੈ। ਹੁਣ ਉਹ 2 ਲੱਖ ਉੱਪਰ ਜਿੰਨਾ ਵੀ ਵੱਧ ਪੈਸਾ ਜਮ੍ਹਾਂ ਹੋਇਆ ਹੋਏਗਾ, ਠੀਕ ਹੈ, ਮਤਲਬ ਜਿੰਨਾ ਵੀ ਵੱਧ ਟੈਕਸ ਜਮ੍ਹਾਂ ਹੋਇਆ ਹੋਏਗਾ ਉਹਦਾ ਰਿਫੰਡ ਬਣ ਜਾਏਗਾ। ਅਤੇ ਹੁਣ ਕੀ ਹੋਏਗਾ, ਅਸੈਸੀ ਉਸ ਰਿਫੰਡ ਨੂੰ ਕਲੇਮ ਕਰ ਸਕਦਾ ਵੈ। ਠੀਕ ਹੈ ਬੇਟਾ, ਹੁਣ ਉਸ ਤੋਂ ਬਾਅਦ ਚੌਥਾ ਪੁਆਇੰਟ ਆਉਂਦਾ, ਕਰ ਦੇ ਭੁਗਤਾਨ ਤੋਂ ਬਾਅਦ ਕਰ ਨਿਰਧਾਰਨ ਅਧਿਕਾਰੀ ਦੁਆਰਾ ਕਿਸੇ ਭੁੱਲ ਦੇ ਸੁਧਾਰ ਦੇ ਕਾਰਨ ਕਰ ਘਟਾ ਦਿੰਦਾ ਹੈ। ਹੁਣ ਹੁੰਦਾ ਕੀ ਹੈ, ਸਪੋਜ਼ ਕਰੋ ਇੱਕ ਆਫਿਸਰ ਹੈ, ਠੀਕ ਹੈ, ਆਫਿਸਰ ਤਾਂ ਤੁਹਾਡਾ ਟੈਕਸ ਕੈਲਕੂਲੇਟ ਕਰਦਾ ਪਿਆ ਵੈ, ਉਹਨੇ ਕਰਤਾ ਤੁਹਾਡਾ ਟੈਕਸ ਕੈਲਕੂਲੇਟ। ਠੀਕ ਹੈ, ਤੁਸੀਂ ਵੀ ਧਿਆਨ ਨਹੀਂ ਦਿੱਤਾ, ਉਹਨੇ ਕਿਹਾ ਜੀ ਤੁਹਾਡਾ ਮਿਸਟਰ ਇਹ ਤੁਹਾਡਾ ਟੈਕਸ ਬਣਦਾ ਜੀ 20,000 ਰੁਪਇਆ। ਠੀਕ ਹੈ, ਉਹਨੇ ਵੀ ਧਿਆਨ ਨਹੀਂ ਦਿੱਤਾ, ਉਹਨੇ ਵੀ ਕਿਹਾ ਠੀਕ ਹੈ ਯਾਰ ਆਫਿਸਰ ਨੇ ਕੀ ਕਹਿੰਦੇ ਟੈਕਸ ਕੱਢਿਆ ਹੈਗਾ ਵੈ, ਕੋਈ ਗੱਲ ਨਹੀਂ ਆਪਾਂ ਜਮ੍ਹਾਂ ਕਰਾ ਦਿੰਦੇ ਹਾਂ। ਅਗਲੇ ਨੇ ਜਮ੍ਹਾਂ ਕਰਾ ਦਿੱਤਾ, ਹੋਇਆ ਕਿ ਆਫਿਸਰ ਨੇ ਜਦੋਂ ਦੁਬਾਰਾ ਕੈਲਕੂਲੇਟ ਕੀਤਾ, ਦੁਬਾਰਾ ਉਹਦਾ ਕੇਸ ਸਟੱਡੀ ਕੀਤੀ, ਉਹਨੂੰ ਗਲਤੀ ਨਜ਼ਰ ਆ ਗਈ ਕਿ ਨਹੀਂ ਯਾਰ ਇਹਦਾ ਤਾਂ ਬੰਦਾ ਵਾ 18,000 ਰੁਪਇਆ, ਮੈਂ 20,000 ਰੁਪਇਆ ਕੱਢਿਆ ਹੋਇਆ, ਮੇਰੇ ਤੋਂ ਗਲਤੀ ਹੋਈ ਹੈ। ਠੀਕ ਹੈ, ਫਿਰ ਉਹ ਕੀ ਕਹੇਗਾ ਅਸੈਸੀ ਨੂੰ ਕਿ ਦੇਖੋ ਜੀ ਮੇਰੇ ਤੋਂ ਗਲਤੀ ਹੋ ਗਈ ਹੈ, ਤੁਹਾਡਾ 18,000 ਰੁਪਇਆ ਬਣਦਾ, ਤੁਹਾਡਾ 20,000 ਨਹੀਂ ਬਣਦਾ। ਮਤਲਬ ਹੁਣ ਉਸ ਬੰਦੇ ਨੇ ਕਿੰਨੇ ਪੈਸੇ ਜਮ੍ਹਾਂ ਕਰਾਏ ਹੋਏ ਸੀ, ਅਸੈਸੀ ਨੇ 20,000 ਰੁਪਇਆ, ਲੇਕਿਨ ਉਹਦਾ ਟੈਕਸ ਕਿੰਨਾ ਬਣਦਾ ਵਾ 18,000 ਰੁਪਇਆ, ਮਤਲਬ 2,000 ਰੁਪਇਆ ਵੱਧ ਜਮ੍ਹਾਂ ਕਰਾਇਆ ਹੋਇਆ। ਹੁਣ ਅਸੈਸੀ ਉਸ 2,000 ਦੀ ਵਾਪਸੀ ਲੈ ਸਕਦਾ ਵਾ ਇਨਕਮ ਟੈਕਸ ਡਿਪਾਰਟਮੈਂਟ ਕੋਲੋਂ। ਠੀਕ ਹੈ, ਪੰਜਵਾਂ ਪੁਆਇੰਟ ਹੈ, ਕਰ ਦੇ ਭੁਗਤਾਨ ਤੋਂ ਬਾਅਦ ਦੋਹਰੇ ਕਰਾਰੋਪਨ ਦੀ ਪ੍ਰੋਵੀਜ਼ਨਸ ਕਾਰਨ, ਠੀਕ ਹੈ, ਇਸ ਕਰ ਸੰਬੰਧੀ ਕੋਈ ਛੂਟ ਪ੍ਰਾਪਤ ਹੋ ਜਾਵੇ। ਹੁੰਦਾ ਕੀ ਹੈ, ਡਬਲ ਟੈਕਸੇਸ਼ਨ ਹੋ ਜਾਂਦੀ ਹੈ ਕਈ ਵਾਰ। ਡਬਲ ਟੈਕਸੇਸ਼ਨ ਨਾਲ ਕੀ ਹੁੰਦਾ ਵਾ, ਜਾਂ ਡਬਲ ਪ੍ਰੋਵੀਜ਼ਨਸ ਬਣਾ ਦਿੱਤੀਆਂ ਜਾਂਦੀਆਂ ਵਾ ਕਿ ਤੁਹਾਨੂੰ 2 ਵਾਰ ਟੈਕਸ ਜਮ੍ਹਾਂ ਕਰਾਉਣਾ ਪੈ ਜਾਂਦਾ ਵਾ। ਜਦ ਤੁਸੀਂ 2 ਵਾਰ ਟੈਕਸ ਜਮ੍ਹਾਂ ਕਰਾ ਦਿੰਦੇ ਹੋ, ਠੀਕ ਹੈ, ਅਤੇ ਤੁਹਾਨੂੰ ਟੈਕਸ ਦੀ ਇੱਕ ਪ੍ਰੋਵੀਜ਼ਨ ਦੇ ਥਰੂ ਤੁਹਾਨੂੰ ਕੀ ਹੁੰਦਾ ਵਾ, ਉਹ ਟੈਕਸ ਦੀ ਵਾਪਸੀ ਹੋ ਜਾਂਦੀ ਹੈ। ਉਸ ਤੋਂ ਬਾਅਦ 6ਵਾਂ ਪੁਆਇੰਟ ਹੈ, ਅਨਿਵਾਸੀ ਨੂੰ ਕੀਤੇ ਭੁਗਤਾਨ ਅਤੇ ਜੇਕਰ ਕਰ ਦੇਣਦਾਰੀ ਗਲਤੀ ਨਾਲ ਵੱਧ ਦਰਾਂ ਦੇ ਗਿਆਤ ਕੀਤੀ ਹੋਵੇ, ਪਾਬੰਦੀ ਘੱਟ ਦਰ ਨਾਲ ਹੋਵੇ। ਅਨਿਵਾਸੀ ਮਤਲਬ ਹੁੰਦਾ ਨੋਨ ਰੈਜ਼ੀਡੈਂਟ। ਹੁਣ ਕੀ ਹੋਇਆ ਕਿ ਤੁਸੀਂ ਨਾ ਕਿਸੇ ਨੋਨ ਰੈਜ਼ੀਡੈਂਟ ਨੂੰ ਟੈਕਸ ਦੀ ਪੇਮੈਂਟ ਕਰਦੇ ਪਏ ਹੋ, ਠੀਕ ਹੈ, ਉਹ ਤੁਸੀਂ ਕੈਲਕੂਲੇਟ ਕਰਨਾ ਸੀ 10% ਦੇ ਹਿਸਾਬ ਨਾਲ, ਲੇਕਿਨ ਤੁਸੀਂ ਕੈਲਕੂਲੇਟ ਕਰਤਾ 20% ਦੇ ਹਿਸਾਬ ਨਾਲ, ਮਤਲਬ ਤੁਸੀਂ 10% ਵੱਧ ਜਮ੍ਹਾਂ ਕਰਾਤਾ ਵੈ। ਅਤੇ ਤੁਸੀਂ ਉਸ ਕੇਸ ਵਿੱਚ ਕੀ ਹੋਏਗਾ, ਮਤਲਬ ਸਾਡਾ ਟੈਕਸ ਵੱਧ ਜਮ੍ਹਾਂ ਹੋ ਗਿਆ ਵੈ, ਉਸ ਕੇਸ ਵਿੱਚ ਆਪਾਂ ਕੀ ਕਰਾਂਗੇ, ਰਿਫੰਡ ਨੂੰ ਕਲੇਮ ਕਰ ਸਕਦੇ ਹਾਂ। ਠੀਕ ਹੈ, ਇਹ ਸਾਡੇ 6 ਪੁਆਇੰਟ ਹੈਗੇ ਸੀ। ਪਹਿਲਾ ਪੁਆਇੰਟ ਕੀ ਹੈ, TDS, ਕਿ ਆਪਾਂ TDS ਵੱਧ ਜਮ੍ਹਾਂ ਕਰਾਤਾ ਵੈ। ਦੂਸਰਾ ਆਪਾਂ ਐਡਵਾਂਸ ਟੈਕਸ ਵੱਧ ਜਮ੍ਹਾਂ ਕਰਾਤਾ ਹੈ। ਤੀਸਰਾ ਆਪਾਂ ਅਪੀਲ ਵਿੱਚ ਗਏ ਸੀ ਅਤੇ ਅਪੀਲ ਵਿੱਚ ਅਸੀਂ ਕੇਸ ਜਿੱਤ ਜਾਂਦੇ ਹਾਂ, ਅਤੇ ਉਹਦੀ ਵਜ੍ਹਾ ਨਾਲ ਕੀ ਹੁੰਦਾ, ਜਾਂ ਤਾਂ ਸਾਡੀ ਆਮਦਨ ਘੱਟ ਜਾਂਦੀ ਹੈ ਜਾਂ ਤਾਂ ਸਾਡਾ ਟੈਕਸ ਘੱਟ ਜਾਂਦਾ ਵੈ। ਚੌਥਾ ਕੀ ਹੈਗਾ ਵੈ ਕਿ ਜਿਹੜਾ ਆਫਿਸਰ ਹੈਗਾ ਵੈ ਉਹ ਕੋਈ ਗਲਤੀ ਨਾਲ ਟੈਕਸ ਵੱਧ ਕੈਲਕੂਲੇਟ ਕਰ ਦਿੰਦਾ ਵੈ, ਅਤੇ ਆਪਣੀ ਜਿਹੜੀ ਗਲਤੀ ਨੂੰ ਠੀਕ ਕਰਨ ਤੋਂ ਬਾਅਦ ਸਾਡਾ ਜਿਹੜਾ ਟੈਕਸ ਹੈਗਾ ਵੈ ਉਹ ਘੱਟ ਜਾਂਦਾ ਵੈ। ਪੰਜਵਾਂ ਹੈਗਾ ਵਾ ਕਿ ਆਪਾਂ ਕੀ ਕਰਦੇ ਹਾਂ, ਕੋਈ ਡਬਲ ਪ੍ਰੋਵੀਜ਼ਨ ਲੱਗ ਜਾਂਦੀ ਹੈ ਸਾਡੇ 'ਤੇ, ਮਤਲਬ ਸਾਡੀ ਇੱਕੋ ਆਮਦਨ 'ਤੇ 2 ਵਾਰ ਟੈਕਸ ਲੱਗ ਜਾਂਦਾ ਵੈ। ਉਹਦੇ ਸਿਚੁਏਸ਼ਨਸ ਕਾਰਨ ਸਾਨੂੰ ਕੀ ਹੋ ਜਾਂਦਾ ਵਾ, ਰਿਫੰਡ ਹੋ ਜਾਂਦਾ ਵਾ। ਅਤੇ 6ਵਾਂ ਪੁਆਇੰਟ ਹੈ ਕਿ ਆਪਾਂ ਨੋਨ ਰੈਜ਼ੀਡੈਂਟ ਨੂੰ ਆਪਾਂ ਕੋਈ ਟੈਕਸ ਦੀ ਪੇਮੈਂਟ ਕਰ ਰਹੇ ਹਾਂ, ਕਰਨਾ ਸੀ ਘੱਟ % ਨਾਲ, ਲੇਕਿਨ ਆਪਾਂ ਕਰਤਾ ਵੱਧ, ਠੀਕ ਹੈ ਜੀ, ਉਸ ਕੇਸ ਵਿੱਚ ਸਾਡਾ ਕੀ ਹੋ ਜਾਂਦਾ ਵਾ, ਰਿਫੰਡ ਬਣ ਜਾਂਦਾ ਵਾ। ਹੁਣ ਉਸ ਤੋਂ ਬਾਅਦ ਆਪਾਂ ਅਗਲਾ ਟੌਪਿਕ ਕਰਾਂਗੇ, ਪ੍ਰੋਸੀਜਰ ਫॉर ਰਿਫੰਡ ਆਫ ਟੈਕਸ। ਯਾਨੀ ਕਿ ਹੁਣ ਆਪਾਂ ਇਹ ਤਾਂ ਸਿੱਖ ਲਿਆ ਕਿ ਹਾਂ ਵੀ ਸਾਡਾ ਟੈਕਸ ਬਣਦਾ ਵਾ। ਹੁਣ ਇਹਦੇ ਵਿੱਚ ਆਪਾਂ ਦੇਖਾਂਗੇ ਆਪਾਂ ਸਰਕਾਰ ਕੋਲੋਂ ਕੀ ਤਰੀਕਾ ਫੋਲੋ ਕਰਨਾ ਵਾ ਕਿ ਸਾਨੂੰ ਜਿਹੜੇ ਪੈਸੇ ਹੈਗੇ ਸਾਡੇ ਵਾਪਸ ਮਿਲ ਜਾਣ, ਯਾਨੀ ਕਿ ਕਰ ਵਾਪਸੀ ਦੀ ਮੰਗ ਦੀ ਵਿਧੀ।
ਜਿਸ ਅਸੈਸੀ ਦੀ ਕਰ ਵਾਪਸੀ ਬਣਦੀ ਹੈ ਉਸ ਨੂੰ ਇੱਕ ਨਿਰਧਾਰਿਤ ਵਿਧੀ ਨਾਲ ਕਰ ਵਾਪਸੀ ਦੀ ਪ੍ਰਾਰਥਨਾ ਕਰਨੀ ਪੈਂਦੀ ਹੈ। ਕਰ ਵਾਪਸੀ ਲਈ ਪ੍ਰਾਰਥਨਾ ਦੀ ਵਿਧੀ ਹੇਠ ਲਿਖੇ ਅਨੁਸਾਰ ਹੈ। ਗਵਰਨਮੈਂਟ ਨੇ ਕੀ ਕੀਤਾ ਹੋਇਆ ਵੈ, ਇੱਕ ਪ੍ਰਿਸਕ੍ਰਾਈਬਡ ਮੈਨਰ ਬਣਾਇਆ ਹੋਇਆ ਵੈ, ਇੱਕ ਤਰੀਕਾ ਬਣਾ ਕੇ ਰੱਖਿਆ ਹੋਇਆ ਵੈ। ਆਪਾਂ ਉਹ ਤਰੀਕਾ ਫੋਲੋ ਕਰਾਂਗੇ ਤਾਂ ਹੀ ਜਾ ਕੇ ਸਾਨੂੰ ਸਾਡਾ ਜਿਹੜਾ ਪੈਸਾ ਹੈਗਾ ਵੈ ਵਾਪਸ ਮਿਲੇਗਾ। ਪਹਿਲਾ ਪੁਆਇੰਟ ਕੀ ਹੈ, ਕਰ ਵਾਪਸੀ ਸਿੱਧ ਕਰਨਾ। ਅਸੈਸੀ ਨੂੰ ਕਰ ਨਿਰਧਾਰਨ ਅਧਿਕਾਰੀ ਨੂੰ ਜ਼ਰੂਰੀ ਦਸਤਾਵੇਜ਼ ਪੇਸ਼ ਕਰਕੇ ਇਹ ਸਿੱਧ ਕਰਨਾ ਪੈਂਦਾ ਹੈ ਕਿ ਉਸਦੀ ਕਰ ਵਾਪਸੀ ਬਣਦੀ ਹੈ। ਪਹਿਲਾ ਪੁਆਇੰਟ ਕੀ ਹੈਗਾ ਵੈ ਕਿ ਆਪਾਂ ਜਿਹੜਾ ਆਫਿਸਰ ਹੈਗਾ ਵੈ, ਆਫਿਸਰ ਨੂੰ ਆਪਾਂ ਪ੍ਰੂਫ ਕਰਕੇ ਦਿਖਾਉਣਾ ਵੈ। ਆਪਾਂ ਕੀ ਕਰਨੇ ਆ, ਉਹਨੂੰ ਡਾਕੂਮੈਂਟਸ ਦੇਣੇ ਹੈ, ਦਿਖਾਉਣਾ ਵੈ ਕਿ ਦੇਖੋ ਜੀ ਸਾਡਾ ਟੈਕਸ ਬਣਦਾ ਸੀ ਘੱਟ, ਲੇਕਿਨ ਆਪਾਂ ਵੱਧ ਜਮ੍ਹਾਂ ਕਰਵਾਤਾ ਵੈ, ਇਸ ਕਰਕੇ ਕੀ ਹੈ ਸਾਡਾ ਰਿਫੰਡ ਬਣਦਾ ਹੈ ਅਤੇ ਸਾਨੂੰ ਰਿਫੰਡ ਦੇਵੋ। ਆਪਾਂ ਕਿਵੇਂ ਪ੍ਰੂਫ ਕਰਨਾ ਵੈ, ਆਪਾਂ ਜਿੰਨੇ ਵੀ ਰਿਕਵਾਇਰਡ ਡਾਕੂਮੈਂਟਸ ਹੁੰਦੇ ਹੈ, ਜਿੰਨੇ ਵੀ ਜ਼ਰੂਰੀ ਦਸਤਾਵੇਜ਼ ਹੁੰਦੇ ਹੈ, ਆਪਾਂ ਉਹਨਾਂ ਨੂੰ ਦਿਖਾਉਣਾ ਹੁੰਦਾ ਵੈ। ਕਿਹਨੂੰ? ਇਨਕਮ ਟੈਕਸ ਆਫਿਸਰ ਨੂੰ, ਯਾਨੀ ਕਿ ਕਰ ਨਿਰਧਾਰਨ ਅਧਿਕਾਰੀ ਨੂੰ। ਉਸ ਤੋਂ ਬਾਅਦ ਪ੍ਰਾਰਥਨਾ ਕਰਨਾ ਦੂਸਰਾ ਪੁਆਇੰਟ ਹੈ। ਕਰ ਵਾਪਸੀ ਸਿੱਧ ਕਰਨ ਤੋਂ ਬਾਅਦ ਅਸੈਸੀ ਇੱਕ ਨਿਰਧਾਰਿਤ ਫਾਰਮ ਅਤੇ ਨਿਰਧਾਰਿਤ ਢੰਗ ਨਾਲ ਪ੍ਰਾਰਥਨਾ ਕਰੇਗਾ। ਹੁਣ ਇਹਦੇ 'ਚ ਕੀ ਹੁੰਦਾ ਵੈ ਕਿ ਜਦੋਂ ਆਪਾਂ ਇਹ ਸਿੱਧ ਕਰਤਾ ਕਿ ਹਾਂ ਵੀ ਸਾਡਾ ਜਿਹੜਾ ਟੈਕਸ ਬਣਦਾ ਹੈਗਾ ਵੈ, ਠੀਕ ਹੈ, ਉਸ ਤੋਂ ਬਾਅਦ ਆਪਾਂ ਕੀ ਕਰਾਂਗੇ, ਅਸੈਸੀ ਇੱਕ ਨਿਰਧਾਰਿਤ ਫਾਰਮ ਲਏਗਾ ਅਤੇ ਇੱਕ ਨਿਰਧਾਰਿਤ ਤਰੀਕੇ ਨਾਲ, ਯਾਨੀ ਕਿ ਪ੍ਰਿਸਕ੍ਰਾਈਬਡ ਫਾਰਮ ਲਏਗਾ ਅਤੇ ਪ੍ਰਿਸਕ੍ਰਾਈਬਡ ਤਰੀਕੇ ਨਾਲ ਹੀ ਪ੍ਰਾਰਥਨਾ ਕੀ ਕਹਿੰਦੇ ਆ ਆਫਿਸਰ ਨੂੰ ਰਿਕੁਐਸਟ ਕਰੇਗਾ। ਇਹ ਪ੍ਰਾਰਥਨਾ ਪੱਤਰ ਵਿੱਤੀ ਸਾਲ ਦੇ ਖਤਮ ਹੋਣ ਤੋਂ ਬਾਅਦ 1 ਸਾਲ ਦੇ ਸਮੇਂ ਵਿੱਚ ਦਿੱਤਾ ਜਾ ਸਕਦਾ ਹੈ। ਯਾਨੀ ਕਿ ਕੀ ਹੈ, ਇਹ ਕਦੋਂ ਦਿੱਤਾ ਜਾਂਦਾ ਵੈ ਫਾਰਮ? ਇਹ ਫਾਰਮ ਦਿੱਤਾ ਜਾਂਦਾ ਵੈ ਜਿਹੜਾ ਵਿੱਤੀ ਸਾਲ ਖਤਮ ਹੋ ਜਾਂਦਾ ਵੈ। ਸਪੋਜ਼ ਕਰੋ ਸਾਡਾ ਹੁਣ ਪਿਛਲਾ ਸਾਲ ਖਤਮ ਹੋਇਆ, ਪਿਛਲਾ ਸਾਲ ਸਾਡਾ ਕਿਹੜਾ ਖਤਮ ਹੋਇਆ? 19-20, ਠੀਕ ਹੈ, 19-20 ਖਤਮ ਹੋਇਆ ਵੈ, ਮਤਲਬ ਉਸ ਤੋਂ ਅਗਲੇ ਸਾਲ ਪੂਰੇ 1 ਸਾਲ ਦੇ ਅੰਦਰ ਅੰਦਰ ਉਹ ਕੀ ਕਰੇਗਾ, ਆਪਣੀ ਰਿਕੁਐਸਟ ਪਾ ਸਕਦਾ ਹੋਵੇ, ਯਾਨੀ ਕਿ 2021 ਯਾਨੀ ਕਿ 31 ਮਾਰਚ 2021 ਤੱਕ ਉਹ ਆਪਣਾ ਰਿਫੰਡ ਕਲੇਮ ਕਰ ਸਕਦਾ ਹੈ। ਦਸਤਾਵੇਜ਼ ਜਮ੍ਹਾਂ ਕਰਾਉਣਾ। ਅਸੈਸੀ ਨੂੰ ਪ੍ਰਾਰਥਨਾ ਪੱਤਰ ਦੇ ਨਾਲ ਕੁੱਲ ਆਮਦਨ ਦਾ ਵਿਵਰਣ, ਸਰੋਤ ਅਤੇ ਕਰ ਦੀ ਕਟੌਤੀ ਦੀ ਪ੍ਰਮਾਣ ਪੱਤਰ ਅਤੇ ਹੋਰ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਾਉਣੇ ਹੁੰਦੇ ਹਨ। ਹੁਣ ਅਸੈਸੀ ਨੂੰ ਕੀ ਕਰਨਾ ਪਏਗਾ, ਜਿਹੜਾ ਉਹ ਰਿਕੁਐਸਟ ਫਾਰਮ ਭੇਜ ਰਿਹਾ, ਪ੍ਰਾਰਥਨਾ ਪੱਤਰ ਭੇਜ ਰਿਹਾ, ਉਹਦੇ ਨਾਲ ਨਾਲ ਉਹਨੂੰ ਕੀ ਕੀ ਜਮ੍ਹਾਂ ਕਰਾਉਣਾ ਪੈਂਦਾ, ਉਹਨੂੰ ਦਿਖਾਉਣਾ ਪੈਂਦਾ ਜੀ ਦੇਖੋ ਜੀ ਮੇਰੇ ਸਾਲ ਵਿੱਚ ਇੰਨੀ ਆਮਦਨ ਹੋਈ ਹੈ, ਅੰਨਾ ਮੇਰਾ ਟੈਕਸ ਬਣਦਾ ਸੀ, ਅੰਨਾ ਮੇਰਾ ਟੈਕਸ ਕੱਟਿਆ ਗਿਆ ਵੈ, ਮੇਰਾ ਹੁਣ ਰਿਫੰਡ ਬਣਦਾ ਪਿਆ ਵੈ, ਠੀਕ ਹੈ ਜੀ। ਹੋਰ ਵੀ ਜਿੰਨੇ ਜ਼ਰੂਰੀ ਡਾਕੂਮੈਂਟਸ ਹੁੰਦੇ ਆ ਉਹਨੂੰ ਸਾਰੇ ਨਾਲ ਦੇ ਨਾਲ ਜਮ੍ਹਾਂ ਕਰਾਉਣੇ ਪੈਂਦੇ ਆ। ਵਾਊਚਰ ਪ੍ਰਾਪਤੀ। ਕਰ ਨਿਰਧਾਰਨ ਅਧਿਕਾਰੀ ਦਸਤਾਵੇਜ਼ ਦੀ ਜਾਂਚ ਤੋਂ ਕਰ ਵਾਪਸੀ ਦੀ ਮੰਗ ਸੰਤੁਸ਼ਟ ਹੋਣ ਤੋਂ ਬਾਅਦ ਕਰ ਵਾਪਸੀ ਦੀ ਰਕਮ ਦਾ ਇੱਕ ਵਾਊਚਰ ਜਾਰੀ ਕਰੇਗਾ। ਹੁਣ ਕੀ ਹੁੰਦਾ, ਜਿਹੜਾ ਆਫਿਸਰ ਹੁੰਦਾ ਵੈ, ਆਫਿਸਰ ਕੀ ਕਰਦਾ ਵੈ, ਆਫਿਸਰ ਜਦੋਂ ਸੈਟਿਸਫਾਈ ਹੋ ਜਾਂਦਾ ਹੈ ਕਿ ਹਾਂ ਵੀ ਨਹੀਂ ਵੀ ਇਸ ਬੰਦੇ ਦਾ ਟੈਕਸ ਬਣਦਾ ਵੈ, ਠੀਕ ਹੈ, ਜਦ ਉਹ ਸੰਤੁਸ਼ਟ ਹੋ ਜਾਂਦਾ ਵੈ, ਉਹ ਕੀ ਕਰ ਦਿੰਦਾ ਵੈ, ਉਹਨੂੰ ਇੱਕ ਵਾਊਚਰ ਜਾਰੀ ਕਰ ਦਿੰਦਾ ਹੈ ਕਿ ਐਲਾ ਫੜ ਬਈ, ਇਹ ਤੇਰਾ ਟੈਕਸ ਦਾ ਰਿਫੰਡ ਤੈਨੂੰ ਮੈਂ ਦੇਣ ਲੱਗਾ ਵਾਂ। ਉਸ ਤੋਂ ਬਾਅਦ ਆਦੇਸ਼ ਵਿਰੁੱਧ ਅਪੀਲ। ਕਰ ਨਿਰਧਾਰਨ ਅਧਿਕਾਰੀ ਦੁਆਰਾ ਕਰ ਵਾਪਸੀ ਦੀ ਪ੍ਰਾਰਥਨਾ ਨੂੰ ਖਾਰਜ ਕਰਨ 'ਤੇ ਜਾਂ ਕਰ ਵਾਪਸੀ ਦੀ ਰਕਮ ਨੂੰ ਘੱਟ ਕਰਨ 'ਤੇ ਜੇ ਅਸੈਸੀ ਸੰਤੁਸ਼ਟ ਨਾ ਹੋਵੇ ਤਾਂ ਉਹ ਇਸ ਫੈਸਲੇ ਵਿਰੁੱਧ ਅਪੀਲ ਕਰ ਸਕਦਾ ਹੈ। ਸਪੋਜ਼ ਕਰੋ ਅਗਰ ਕੋਈ ਕਰ ਨਿਰਧਾਰਨ ਅਧਿਕਾਰੀ ਹੈ, ਅਗਰ ਉਹਨੂੰ ਲੱਗਦਾ ਹੈ ਕਿ ਨਹੀਂ ਵੀ ਇਹਦਾ ਟੈਕਸ ਇੰਨਾ ਨਹੀਂ ਬਣਦਾ, ਠੀਕ ਆ, ਘੱਟ ਬਣਦਾ, ਉਹ ਕੀ ਕਰਦਾ ਵੈ, ਉਹ ਜਿੰਨਾ ਉਹਨੇ ਦੱਸਿਆ ਹੁੰਦਾ ਵਾ ਉਸ ਹਿਸਾਬ ਨਾਲ ਟੈਕਸ ਰਿਫੰਡ ਨਹੀਂ ਦਿੰਦਾ, ਉਹ ਆਪਣੇ ਹਿਸਾਬ ਨਾਲ ਜਾਂ ਤਾਂ ਦਿੰਦਾ ਹੀ ਨਹੀਂ ਹੈ ਜਾਂ ਘੱਟ ਕਰਕੇ ਦੇ ਦਿੰਦਾ ਵੈ। ਤਾਂ ਅਸੈਸੀ ਨੂੰ ਮਤਲਬ ਉਹਨੂੰ ਨਹੀਂ ਲੱਗਦਾ, ਉਹਨੂੰ ਉਹ ਸੈਟਿਸਫਾਈਡ ਨਹੀਂ ਹੁੰਦਾ, ਉਹ ਕੀ ਕਰਦਾ ਵੈ, ਉਹ ਅਪੀਲ ਕਰ ਦੇਗਾ ਕੋਰਟ ਵਿੱਚ ਕਿ ਨਹੀਂ ਜੀ ਮੇਰਾ ਅੰਨਾ ਬਣਦਾ ਵੈ, ਠੀਕ ਹੈ ਜੀ, ਅਤੇ ਬੰਦੇ ਜਿਹੜਾ ਕਰ ਅਧਿਕਾਰੀ ਆ ਉਹਨੇ ਮੈਨੂੰ ਘੱਟ ਟੈਕਸ ਦੀ ਰਿਫੰਡ ਦਿੱਤਾ ਵਾ। 6ਵਾਂ ਪੁਆਇੰਟ ਹੈ ਕਰ ਵਾਪਸੀ ਤੇ ਵਿਆਜ। ਅਸੈਸੀ ਜਿਸ ਦੀ ਕਰ ਵਾਪਸੀ ਬਣਦੀ ਹੈ, ਕਰ ਵਾਪਸੀ ਦੀ ਰਕਮ ਤੇ ਕਰ ਤੇ ਭੁਗਤਾਨ ਦੀ ਮਿਤੀ ਤੋਂ ਕਰ ਵਾਪਸ ਪ੍ਰਾਪਤ ਹੋਣ ਤੱਕ ਦੀ ਮਿਤੀ ਦੇ ਸਮੇਂ ਲਈ 0.5% ਦੇ ਦਰ ਨਾਲ ਵਿਆਜ ਪ੍ਰਾਪਤ ਕਰੇਗਾ। ਹੁਣ ਇਹਦੇ ਵਿੱਚ ਕੀ ਹੁੰਦਾ ਵੈ, ਇਹਦੇ ਵਿੱਚ ਹੁੰਦਾ ਵੈ ਕਿ ਅਗਰ ਇੱਕ ਵਿਅਕਤੀ ਹੈ, ਠੀਕ ਹੈ ਜੀ, ਜਿਹਦੀ ਰਿਫੰਡ ਬਣਦਾ ਵੈ, ਜਿਸ ਟਾਈਮ 'ਤੇ ਉਹਨੇ ਪੈਸਾ ਜਮ੍ਹਾਂ ਕਰਾਇਆ ਵੈ ਅਤੇ ਜਿਸ ਟਾਈਮ ਤੱਕ ਗਵਰਨਮੈਂਟ ਆਪਣੇ ਕੋਲ ਰੱਖਦੀ ਹੈ, ਗਵਰਨਮੈਂਟ ਉਹਨਾਂ ਨੂੰ ਵਾਪਿਸ ਕਰਦੀ ਹੈ ਪੈਸਾ, ਉਸ ਟਾਈਮ ਤੱਕ ਕਿੰਨਾ % ਇੰਟਰਸਟ ਦੇ ਨਾਲ ਤੁਹਾਨੂੰ ਪੈਸਾ ਵਾਪਿਸ ਮਿਲੇਗਾ? 0.5% ਪਰ ਮੰਥ। ਅਗਰ 1 ਮਹੀਨੇ ਦਾ 0.5 ਹੈ, ਮਤਲਬ 2 ਮਹੀਨਿਆਂ ਦਾ ਕਿੰਨਾ ਹੋ ਗਿਆ? 1%।
ਤੇ 12 ਮਹੀਨਿਆਂ ਦਾ ਕਿੰਨਾ ਹੋ ਗਿਆ 6% ਸਾਲ ਦੇ ਹਿਸਾਬ ਨਾਲ। ਅਗਰ ਸਰਕਾਰ 2 ਮਹੀਨੇ ਵਾਸਤੇ ਵੀ ਪੈਸਾ ਰੱਖਦੀ ਹੈ ਤੇ 1% ਤੋਂ 1% ਦੇ ਹਿਸਾਬ ਨਾਲ ਤੁਹਾਨੂੰ ਕੀ ਮਿਲੇਗਾ, ਉਹਦੇ 'ਤੇ ਵਿਆਜ ਮਿਲ ਕੇ ਵਾਪਸ ਆਏਗਾ ਪੈਸਾ। ਤੁਸੀਂ ਇੱਕ ਵਾਰ ਪੈਸਾ ਜਮ੍ਹਾਂ ਕਰਾ ਦਿੱਤਾ, ਜਦੋਂ ਤੁਹਾਨੂੰ ਪੈਸਾ ਵਾਪਸ ਆਇਆ, ਜਿੰਨੀ ਦੇਰ ਤੱਕ ਸਰਕਾਰ ਨੇ ਆਪਣੇ ਕੋਲ ਪੈਸਾ ਰੱਖਿਆ ਹੋਇਆ 0.5% ਪਰ ਮੰਥ ਜਾਂ 6% ਸਾਲ ਦਾ, ਉਸ ਹਿਸਾਬ ਦੇ ਨਾਲ ਤੁਹਾਨੂੰ ਜਿਹੜਾ ਹੈਗਾ ਵਾ ਪੈਸਾ ਵਾਪਸ ਮਿਲੇਗਾ ਵਿਆਜ ਦੇ ਸਮੇਤ। ਠੀਕ ਹੈ ਬੇਟਾ, ਇਹ ਪ੍ਰੋਸੀਜਰ ਸੀ। ਠੀਕ ਹੈ, ਇਹ ਜਿਹੜਾ ਦਾ ਵਾਊਚਰ ਵਾਲਾ ਸਿਸਟਮ ਹੈ, ਅੱਜ ਕੱਲ੍ਹ ਕੀ ਹੋ ਰਿਹਾ, ਅੱਜ ਕੱਲ੍ਹ ਹਰ ਚੀਜ਼ ਕੰਪਿਊਟਰਾਈਜ਼ਡ ਹੁੰਦੀ ਹੈ। ਅੱਜ ਕੱਲ੍ਹ ਕੀ ਕੀਤਾ ਜਾਂਦਾ ਵੈ, ਹਰ ਇੱਕ ਚੀਜ਼ ਔਨਲਾਈਨ ਭੇਜੀ ਜਾਂਦੀ ਹੈ। ਆਪਾਂ ਕੀ ਕਰਦੇ ਹਾਂ, ਤੁਸੀਂ ਸੁਣਿਆ ਹੋਏਗਾ ਕਿ ਹਰ ਇੱਕ ਅਸੈਸੀ ਰਿਟਰਨ ਭਰਦਾ ਵਾ। ਠੀਕ ਹੈ ਜੀ, ਜਦੋਂ ਤੁਸੀਂ ਰਿਟਰਨ ਭਰਦੇ ਹੋ ਨਾ, ਤੁਹਾਨੂੰ ਉਹਦੇ ਵਿੱਚ ਤੁਹਾਨੂੰ ਆਪਣੀ ਇਨਕਮ, ਤੁਹਾਨੂੰ ਆਪਣਾ ਕਿੰਨਾ ਟੈਕਸ ਬਣਦਾ ਵਾ, ਕਿੰਨਾ ਤੁਹਾਡਾ TDS ਕੱਟਿਆ ਹੋਇਆ ਵਾ, ਕਿੰਨਾ ਤੁਸੀਂ ਟੈਕਸ ਜਮ੍ਹਾਂ ਕਰਾਇਆ ਵਾ, ਤੁਹਾਡਾ ਰਿਫੰਡ ਬਣਦਾ ਹੈ ਕਿ ਤੁਹਾਡਾ ਟੈਕਸ ਪੇਬਲ ਬਣਦਾ ਵਾ, ਉਹ ਸਾਰੀ ਚੀਜ਼ਾਂ ਸ਼ੋ ਹੁੰਦੀਆਂ ਵਾ। ਅਗਰ ਆਫਿਸਰ ਸੈਟਿਸਫਾਈਡ ਹੋ ਜਾਂਦਾ ਹੈ ਕਿ ਹਾਂ ਵੀ ਤੁਹਾਡਾ ਰਿਫੰਡ ਬਣਦਾ ਵੈ, ਤੇ ਆਫਿਸਰ ਕੀ ਕਰੇਗਾ ਉਸ ਟਾਈਮ ਦੇ ਅੰਦਰ ਅੰਦਰ, ਠੀਕ ਹੈ ਜੀ, ਆਪਾਂ ਕੀ ਕਰਦੇ ਹਾਂ, ਆਪਾਂ ਮੇਲ ਕਰਤੀ, ਆਪਾਂ ਰਿਟਰਨ ਭਰਤੀ, ਆਪਾਂ ਰਿਟਰਨ ਭਰਨ ਤੋਂ ਬਾਅਦ ਉਹ ਅਗਰ ਉਹ ਸੈਟਿਸਫਾਈਡ ਹੁੰਦਾ, ਉਹ ਬੰਦਾ ਸਾਨੂੰ ਮੇਲ ਕਰਦਾ ਵੈ ਕਿ ਹਾਂ ਵੀ ਤੁਹਾਡਾ ਜਿਹੜਾ ਰਿਫੰਡ ਹੈਗਾ ਵੈ ਬਣਦਾ ਵੈ ਅਤੇ ਮੈਂ ਮਨਜ਼ੂਰੀ ਦੇ ਦਿੱਤੀ ਹੈ। ਠੀਕ ਹੈ, ਜਦੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਜਿਹੜੇ ਪੈਸੇ ਹੈਗੇ ਆ, ਉਹ ਪੈਸੇ ਤੁਹਾਡੇ ਸਿੱਧੇ ਤੁਹਾਡੇ ਖਾਤੇ ਵਿੱਚ ਚਲੇ ਜਾਂਦੇ ਆ। ਠੀਕ ਹੈ, ਅੱਜ ਕੱਲ੍ਹ ਤੁਹਾਨੂੰ ਵਾਊਚਰ ਵਗੈਰਾ ਨਹੀਂ ਮਿਲਦੇ, ਅੱਜ ਕੱਲ੍ਹ ਡਾਇਰੈਕਟਲੀ ਪੈਸੇ ਵਿਆਜ ਸਮੇਤ ਤੁਹਾਡੇ ਅਕਾਊਂਟ ਵਿੱਚ ਆ ਜਾਂਦੇ ਆ। ਠੀਕ ਹੈ ਬੇਟਾ, ਇਹ ਸੀ ਛੋਟਾ ਜਿਹਾ ਟੌਪਿਕ। ਇਹ ਟੌਪਿਕ ਬਹੁਤ ਈਜ਼ੀ ਹੈ ਅਤੇ ਇਹਦੇ ਵਿੱਚੋਂ 1 ਤੋਂ 2 ਨੰਬਰ ਦਾ ਕੁਐਸਚਨ ਜ਼ਰੂਰ ਆਉਂਦਾ ਵੈ। ਇਹ ਟੌਪਿਕ ਨੂੰ ਬਿਲਕੁਲ ਨਹੀਂ ਛੱਡਣਾ। ਥੈਂਕ ਯੂ ਸੋ ਮਚ ਬੇਟਾ।